ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ। ਧੰਨ ਵਾਹਿਗੁਰੂ ਸਾਹਿਬ ਜੀ। ਗੌੜੀ ਗੁਆਰੇਰੀ ਮਹੱਲਾ ਪੰਜਵਾ। ਹਮ ਤਨਵੰਤ ਪਾਗਟ ਸਚ ਨਾਏ। ਹਰ ਗੁਣ ਗਾਵੈ ਸਹਿਜ ਸੁਪਾਏ। ਹਮ ਤਨਵੰਤ ਪਾਗਟ ਸਚ ਨਾਏ। ਹਰ ਗੁਣ ਗਾਵੈ ਸਹਿਜ ਸੁਪਾਏ। ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ। ਤਾ ਮੇਰਾ ਮਨ ਭਇਆ ਨਿਦਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ। ਭਰੇ ਭੰਡਾਰ ਅਕੂਟ ਅਤੋਲ। ਖਾਵੇ ਖਰਚੈ ਰਲ ਮਿਲ ਭਾਈ। ਟੋਟ ਨ ਆਵੈ ਵਦ ਦੋ ਜਾਈ। ਕਹੋ ਨਾਨਕ ਮਸਤਕ ਲੇਖ ਲਿਖਾਈ। ਸੋਏਤ ਖਜ਼ਾਨੈ ਲਿਆਰ ਲਾਏ। ਕਹੋ ਨਾਨਕ ਮਸਤਕ ਲੇਖ ਲਿਖਾਏ। ਸੋਏਤ ਖਜ਼ਾਨੈ ਲਿਆਰ ਲਾਏ।
ਹੱਥ ਕਿਤਾਬ ਕੱਚ, ਆਸਾ ਡੰਡਾ, ਕਿਤਾਬ ਗੁਰਬਾਣੀ ਦੀ ਪੋਥੀ ਗੁਰੂ ਨਾਨਕ ਪਾਤਸ਼ਾਹ ਆਪਣੇ ਕੋਲ ਰੱਖਦੇ ਸਨ, ਹਮੇਸ਼ਾ ਆਪਣੇ ਕੋਲ। ਨੀਲ ਵਸਤਰ ਧਾਰੇ ਬਨਵਾਰੀ, ਕਿਉਂਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਪ੍ਰਚਾਰ ਯਾਤਰਾ ਵਾਸਤੇ ਮੱਕੇ ਵਿੱਚ ਗਏ ਨੇ, ਉੱਥੇ ਜਾ ਕੇ ਉਹਨਾਂ ਲੋਕਾਂ ਦੇ ਵਿੱਚ ਉਹ ਵਿਚਾਰ, ਉਹ ਸੋਚ ਉਹਨਾਂ ਦੇ ਅੰਦਰ ਪੈਦਾ ਕੀਤੀ। ਉਹ ਵਿਚਾਰ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਦੇ ਅੰਦਰ ਪੈਦਾ ਕੀਤੀ, ਜਿਸ ਦੇ ਨਾਲ ਉਹਨਾਂ ਨੂੰ ਇਹ ਪਤਾ ਲੱਗਾ ਕਿ ਜਿਹੜਾ ਪਰਮਾਤਮਾ ਅੱਲਾ ਸਿਰਫ ਮਸੀਤ ਵਿੱਚ ਨਹੀਂ, ਉਹ ਹਰ ਥਾਂ ਤੇ ਮੌਜੂਦ ਹੈ। ਕਣ ਕਣ ਦੇ ਵਿੱਚ ਮੌਜੂਦ ਹੈ, ਜ਼ਰਰੇ ਜ਼ਰਰੇ ਦੇ ਵਿੱਚ ਮੌਜੂਦ ਹੈ। ਉਹ ਕਿਸੇ ਇੱਕ ਥਾਂ ਤੇ ਨਹੀਂ ਗਾ, ਉਹ ਹਰ ਥਾਂ ਤੇ ਹੈ। ਕਿਉਂ? ਕਿਉਂਕਿ ਜਦੋਂ ਆਪਾਂ ਆਸਾ ਦੀ ਵਾਰ ਪੜ੍ਹਦੇ ਹਾਂ, ਆਸਾ ਦੀ ਵਾਰ ਦੇ ਵਿੱਚ ਪੌੜੀ ਦੇ ਵਿੱਚ ਕਹਿੰਦੇ, ਜਦੋਂ ਉਹ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ ਹੈ, ਸ੍ਰਿਸ਼ਟੀ ਰਚੀ ਹੈ, ਤੇ ਉਸ ਸ੍ਰਿਸ਼ਟੀ ਦੇ ਵਿੱਚ ਆਪ ਆਸਣ ਡਾ ਕੇ ਬੈਠਾ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਏ ਕੁਦਰਤ ਸਾਜੀਐ, ਕਰ ਆਸਣ ਡਿਠੋ ਚਾਓ। ਦਾਤਾ ਕਰਤਾ ਆਪ ਤੋਂ ਤੁਸ ਦੇਵੈ ਕਰੈ ਪਸਾਓ, ਤੂੰ ਜਾਣ ਹੋਈ ਸਭ ਸੈ ਦੇ ਲੈਸੈ ਜਿੰਦ ਗਵਾਓ, ਕਰ ਆਸਣ ਡਿਠੋ ਚਾਓ, ਕਰ ਆਸਣ ਡਿਠੋ ਚਾਓ। ਉਹ ਪਰਮਾਤਮਾ ਆਪ ਹਰ ਕਣ ਕਣ ਦੇ ਵਿੱਚ ਆਪ ਆਸਣ ਡਾ ਕੇ ਬੈਠਾ ਹੈ। ਜੇਕਰ ਉਹਨੇ ਸ੍ਰਿਸ਼ਟੀ ਨੂੰ ਰਚੀ ਹੈ, ਬਣਾਇਆ ਹੈ, ਤੇ ਆਪ ਉਹਦੇ ਵਿੱਚ ਰਮਿਆ ਹੋਇਆ। ਹੁਣ ਜਿਵੇਂ ਜਿਵੇਂ ਗੁਰੂ ਨਾਨਕ ਪਾਤਸ਼ਾਹ ਪ੍ਰਚਾਰ ਫੇਰੀਆਂ ਦੇ ਵਿੱਚ ਜਾ ਕੇ ਲੋਕਾਂ ਨੂੰ ਸਮਝਾਇਆ, ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਗੁਰਗੱਦੀ ਗੁਰੂ ਅੰਗਦ ਪਾਤਸ਼ਾਹ ਨੂੰ ਮਿਲਦੀ ਹੈ। ਤਿਤ ਮੈਲ ਜੋ ਸ਼ਬਦ ਹੋਆ ਸੋ ਪੋਥੀ, ਗੁਰੂ ਅੰਗਦ ਜੋਗ ਮਿਲੀ। ਉਹ ਪੋਥੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਸੀ, ਆਸਾ ਹੱਥ ਕਿਤਾਬ ਕੱਚ, ਕੁੱਜਾ ਬਾਗ ਮੁਸੱਲਾ ਧਾਰੀ। ਮੁਸੱਲਾ ਕਹਿੰਦੇ ਜਦੋਂ ਇਸਲਾਮ ਧਰਮ ਵਾਲੇ ਲੋਕ ਨੇ, ਉਹ ਨਵਾਜ਼ ਪੜ੍ਹਨ ਤੋਂ ਪਹਿਲਾਂ ਥੱਲੇ ਚਟਾਈ ਵਿਛਾ ਲੈਂਦੇ ਨੇ, ਉਹਨੂੰ ਮੁਸੱਲਾ ਕਹਿੰਦੇ ਨੇ। ਕਹਿੰਦੇ ਉਹ ਗੁਰੂ ਨਾਨਕ ਪਾਤਸ਼ਾਹ ਉਹਨਾਂ ਦੇ ਕੋਲ ਸੀ ਜਦੋਂ ਮੱਕੇ ਦੇ ਵਿੱਚ ਜਾਂਦੇ। ਇਸ ਕਰਕੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਗੁਰੂ ਅੰਗਦ ਪਾਤਸ਼ਾਹ ਦੇ ਕੋਲ ਗੁਰਗੱਦੀ ਗੁਰੂ ਅੰਗਦ ਪਾਤਸ਼ਾਹ ਨੂੰ ਮਿਲਦੀ ਹੈ। ਤੇ ਉਸ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਦੀ ਜੇ ਬਾਣੀ ਦੀ ਵਿਚਾਰ ਕਰੀਏ, ਗੱਲ ਕਰੀਏ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ 19 ਰਾਗਾਂ ਦੇ ਵਿੱਚ। ਗੁਰੂ ਅੰਗਦ ਪਾਤਸ਼ਾਹ ਦੇ 63 ਸ਼ਲੋਕ ਨੇ, ਤੇ ਗੁਰੂ ਅੰਗਦ ਪਾਤਸ਼ਾਹ ਤੋਂ ਬਾਅਦ ਗੁਰੂ ਅਮਰਦਾਸ ਪਾਤਸ਼ਾਹ ਦੇ ਕੋਲ ਗੁਰਗੱਦੀ ਆਉਂਦੀ ਹੈ। ਉਹ ਗੁਰਗੱਦੀ ਜਦੋਂ ਗੁਰੂ ਅੰਗਦ ਪਾਤਸ਼ਾਹ ਦੇ ਕੋਲ ਆਉਂਦੀ ਹੈ, ਉਹਨਾਂ ਦੀ ਜਿਹੜੀ ਬਾਣੀ ਉਹ 17 ਰਾਗਾਂ ਦੇ ਵਿੱਚ ਹੈ। ਇਸ ਕਰਕੇ ਜਿਵੇਂ ਜਿਵੇਂ ਆਪਾਂ ਬਾਣੀ ਨੂੰ ਪੜ੍ਹਦੇ ਹਾਂ, ਬਾਣੀ ਨੂੰ ਵਿਚਾਰਦੇ ਹਾਂ, ਸਾਨੂੰ ਪਤਾ ਲੱਗਦਾ ਹੈ ਕਿ ਗੁਰੂ ਸਾਹਿਬਾਨਾਂ ਨੇ ਬਾਣੀ ਦੇ ਵਿੱਚ, ਭਗਤ ਸਾਹਿਬਾਨਾਂ ਨੇ ਬਾਣੀ ਦੇ ਵਿੱਚ ਸਾਨੂੰ ਕੀ ਉਪਦੇਸ਼ ਦਿੱਤਾ ਹੈ, ਕਿਹੜੀ ਵਿਚਾਰ ਸਾਡੇ ਜੀਵਨ ਦੇ ਵਿੱਚ ਦ੍ਰਿੜ ਕਰਵਾਈ ਹੈ। 31 ਰਾਗਾਂ ਦੇ ਵਿੱਚ 1430 ਅੰਗਾਂ ਦੇ ਵਿੱਚ 35 ਮਹਾਂਪੁਰਖਾਂ ਨੇ ਸਾਨੂੰ ਉਪਦੇਸ਼ ਕੀ ਦਿੱਤਾ ਹੈ, ਸਾਨੂੰ ਵਿਚਾਰ ਕਿਹੜੀ ਸਮਝਾਈ ਹੈ, ਕਿਹੜੀ ਸੋਚ ਵਾਲੇ ਪਾਸੇ ਸਾਨੂੰ ਪਾਤਸ਼ਾਹ ਨੇ ਤੋਰਿਆ ਹੈ। ਆਪਾਂ ਰਲ ਮਿਲ ਕੇ ਸ਼ਬਦ ਸਰਵਣ ਕੀਤਾ ਹੈ। ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਹੈ। ਜਦੋਂ ਗੁਰੂ ਰਾਮਦਾਸ ਪਾਤਸ਼ਾਹ ਤੋਂ ਗੁਰੂ ਅਰਜਨ ਪਾਤਸ਼ਾਹ ਨੂੰ ਗੁਰਗੱਦੀ ਮਿਲਦੀ ਹੈ ਨਾ, ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਹੈ। ਪਾਤਸ਼ਾਹ ਬਚਨ ਕਰਦੇ ਨੇ, ਕਹਿੰਦੇ ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਕੂਟ ਅਤੋਲ। ਕਹਿੰਦੇ ਰਤਨ ਲਾਲ ਜਾ ਕਾ ਕਛੂ ਨਾ ਮੋਲ।
ਉਹ ਪਰਮਾਤਮਾ ਦੀ ਵਿਚਾਰ, ਹੀਰੇ ਲਾਲ ਜਵਾਰ, ਜਿਹਦੇ ਵਿੱਚ ਸਾਨੂੰ ਸਾਰਾ ਕੁਝ ਮਿਲਦਾ, ਸਾਰਾ ਕੁਝ ਪ੍ਰਾਪਤ ਹੁੰਦਾ ਹੈ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਚੜਾਓ। ਜਦੋਂ ਅਸੀਂ ਇਹ ਨਾਮ ਰਤਨ ਨੂੰ ਪੜ੍ਹਦੇ ਹਾਂ, ਵਿਚਾਰ ਨੂੰ ਜੀਵਨ ਦੇ ਵਿੱਚ ਅਪਣਾਉਂਦੇ ਹਾਂ, ਰਤਨ ਲਾਲ ਜਾਗਾ ਕਛੂ ਨਾ ਮੋਲ, ਭਰੇ ਭੰਡਾਰ ਅਕੂਟ ਅਤੋਲ। ਕਹਿੰਦੇ ਜਦੋਂ ਬਾਣੀ ਦਾ ਖਜ਼ਾਨਾ ਸਾਡੇ ਕੋਲ ਆਉਂਦਾ ਹੈ ਨਾ, ਜਦੋਂ ਖਜ਼ਾਨੇ ਨੂੰ ਖੋਲ੍ਹਦੇ ਹਾਂ, ਡਿੱਠਦੇ ਹਾਂ, ਵੇਖਦੇ ਹਾਂ ਕਿ ਗੁਰੂ ਨੇ ਸਾਨੂੰ ਬਾਣੀ ਦੇ ਵਿੱਚ ਕੀ ਬਖਸ਼ਿਆ। ਇੱਕ ਇੱਕ ਪੰਕਤੀ ਨੂੰ, ਇੱਕ ਇੱਕ ਸ਼ਬਦ ਨੂੰ ਪਿਆਰ ਦੇ ਨਾਲ ਪੜ੍ਹੀਏ ਨਾ, ਸਾਨੂੰ ਪੜ੍ਹਦਿਆਂ ਅੱਧਿਓਂ ਜ਼ਿਆਦਾ ਸ਼ਬਦ ਸਮਝ ਵਿੱਚ ਆ ਜਾਂਦਾ ਹੈ ਕਿ ਗੁਰੂ ਪਾਤਸ਼ਾਹ ਨੇ ਸਾਨੂੰ ਉਪਦੇਸ਼ ਕੀ ਦਿੱਤਾ ਹੈ। ਅੱਧਿਓਂ ਜ਼ਿਆਦਾ ਪੜ੍ਹਦਿਆਂ ਸਾਨੂੰ ਪਤਾ ਲੱਗ ਜਾਂਦਾ ਹੈ। ਸਤਿਗੁਰ ਪਾਤਸ਼ਾਹ ਨੇ ਬਾਣੀ ਦੇ ਅੰਦਰ ਆਤਮਿਕ ਜੀਵਨ ਨੂੰ ਸਵਾਰਨ ਵਾਸਤੇ, ਚੰਗੇ ਗੁਣਾਂ ਦਾ ਮਾਲਕ ਬਣਨ ਵਾਸਤੇ, ਚੰਗੀ ਸੋਚ ਨੂੰ ਜੀਵਨ ਦੇ ਵਿੱਚ ਅਪਣਾਉਣ ਵਾਸਤੇ ਸਤਿਗੁਰ ਪਾਤਸ਼ਾਹ ਨੇ ਸਾਨੂੰ ਆ ਖਜ਼ਾਨਾ ਬਖਸ਼ਿਆ, ਆ ਵਿਚਾਰ ਬਖਸ਼ੀ ਹੈ। ਰਤਨ ਲਾਲ ਜਾਗਾ ਕਛੂ ਨ ਮੋਲ, ਭਰੇ ਭੰਡਾਰ ਅਖੂਟ ਅਤੋਲ। ਕਹਿੰਦੇ ਜਦੋਂ ਇਸ ਭੰਡਾਰ ਨੂੰ ਜੇ ਜੀਵਨ ਦੇ ਵਿੱਚ ਅਪਣਾ ਲਵੇ ਨਾ, ਜੀਵਨ ਦੇ ਵਿੱਚ ਦ੍ਰਿੜ ਕਰ ਲਵੇ ਵਿਚਾਰ ਨੂੰ, ਤੇਰਾ ਜੀਵਨ ਇੱਕ ਚੰਗਾ ਸੋਹਣਾ ਬਣ ਜਾਵੇਗਾ। ਸਮਾਜ ਦੇ ਸਾਹਮਣੇ ਇੱਕ ਨਵਾਂ ਜੀਵਨ ਤੇਰਾ ਪੇਸ਼ ਹੋਵੇਗਾ, ਇੱਕ ਨਵਾਂ ਜੀਵਨ ਸਮਾਜ ਦੇ ਸਾਹਮਣੇ ਆਏਗਾ, ਜਿਹਦੇ ਨਾਲ ਤੂੰ ਚੰਗੀ ਸੋਚ ਨੂੰ ਅਪਣਾ ਸਕਦਾ ਹੈ। ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਪਿਓ ਦਾਦੇ ਕਾ। ਜਦੋਂ ਇਸ ਖਜ਼ਾਨੇ ਨੂੰ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 35 ਮਹਾਂਪੁਰਖਾਂ ਦੀ ਜਿਹੜੀ ਬਾਣੀ ਸਾਨੂੰ ਇਸ ਖਜ਼ਾਨੇ ਦੇ ਵਿੱਚ ਬਖਸ਼ੀ ਹੈ, ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ। ਜਦੋਂ ਖਜ਼ਾਨੇ ਨੂੰ ਖੋਲੇਗਾ ਨਾ, ਡਿਠੇਗਾ, ਵੇਖੇਗਾ, ਕਹਿੰਦੇ ਜਦੋਂ ਪੜ੍ਹਿਆ ਨਾ, ਤੂੰ ਉਸ ਖਜ਼ਾਨੇ ਨੂੰ, ਬਾਣੀ ਨੂੰ ਪੜ੍ਹਿਆ ਨਾ ਜਦੋਂ, ਫਿਰ ਤੇਰੇ ਜੀਵਨ ਦੇ ਵਿੱਚ, ਤੇਰੇ ਮਨ ਦੇ ਵਿੱਚ ਇੱਕ ਚੰਗੀ ਸੋਚ ਆਏਗੀ, ਚੰਗੀ ਵਿਚਾਰ ਆਏਗੀ। ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾ ਮੇਰਾ ਮਨ ਭਇਆ ਨਿਦਾਨਾ। ਮੇਰੇ ਮਨ ਦੇ ਵਿੱਚ ਉਹ ਖੁਸ਼ੀ ਪੈਦਾ ਹੋਈ, ਉਹ ਆਨੰਦ ਪੈਦਾ ਹੋਇਆ, ਉਹ ਖੇੜਾ ਮੇਰੇ ਜੀਵਨ ਦੇ ਵਿੱਚ ਆ ਗਿਆ ਜਦੋਂ ਤੋਂ ਮੈਂ ਗੁਰੂ ਦੀ ਸ਼ਰਨ ਦੇ ਵਿੱਚ ਆਇਆ, ਜਦੋਂ ਤੋਂ ਮੈਂ ਇਸ ਗੁਰੂ ਦੀ ਵਿਚਾਰ ਵਾਲੇ ਪਾਸੇ ਕਦਮ ਪੁੱਟਿਆ ਨਾ। ਪਾਤਸ਼ਾਹ ਬਹੁਤ ਜਨਮ ਵਿਛਰੇ ਥੇ ਮਾਦੋ, ਇਹ ਜਨਮ ਤੁਮਾਰੇ ਲੇਖੇ। ਪਾਤਸ਼ਾਹ ਮੈਂ ਤਾਂ ਬਹੁਤ ਸਮੇਂ ਤੋਂ ਤੇਰੇ ਤੋਂ ਵਿਛੜਿਆ ਹੋਇਆ ਸੀ, ਮੈਂ ਤਾਂ ਤੇਰੇ ਤੋਂ ਦੂਰ ਸੀ, ਮੈਂ ਤਾਂ ਦਰ ਦਰ ਤੇ ਠੋਕਰਾਂ ਖਾ ਰਿਹਾ ਸੀ, ਮੈਨੂੰ ਤਾਂ ਪਤਾ ਨਹੀਂ ਸੀ ਲੱਗ ਰਿਹਾ ਮੈਂ ਕਿਸ ਪਾਸੇ ਕਦਮ ਪੁੱਟਾਂ। ਪਰ ਜਦੋਂ ਦਾ ਮੈਂ ਤੇਰੇ ਦਰ ਤੇ ਆਇਆ ਵਾਂ ਨਾ, ਮੇਰੇ ਜੀਵਨ ਦੇ ਵਿੱਚ ਆਨੰਦ ਆ ਗਿਆ, ਮੇਰੇ ਜੀਵਨ ਦੇ ਵਿੱਚ ਉਹ ਖੁਸ਼ੀ ਆਈ ਹੈ, ਉਹ ਆਨੰਦ ਪੈਦਾ ਹੋਇਆ ਹੈ, ਜਿਹਦੇ ਨਾਲ ਜਿੱਥੇ ਮੈਂ ਆਪ ਵਿਚਾਰ ਨੂੰ ਸਮਝਦਾ ਵਾਂ ਨਾ, ਉੱਥੇ ਹੋਰਾਂ ਨੂੰ ਵੀ ਵਿਚਾਰ ਸਮਝਾਉਂਦਾ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਜਦੋਂ ਸਤਿਗੁਰੂ ਨੂੰ ਪਾ ਲਿਆ, ਜਦੋਂ ਸਤਿਗੁਰੂ ਦੀ ਵਿਚਾਰ ਨੂੰ ਜੀਵਨ ਦੇ ਵਿੱਚ ਅਪਣਾ ਲਿਆ, ਭਾਵ ਗੁਣਾਂ ਨੂੰ ਜੀਵਨ ਦੇ ਵਿੱਚ ਅਪਣਾਇਆ। ਕਹਿੰਦੇ ਬਾਣੀ ਪੜ੍ਹਨਾ, ਇਹਦਾ ਭਾਵ ਇਹ ਹੈ ਕਿ ਉਹਦੇ ਗੁਣਾਂ ਨੂੰ ਜੀਵਨ ਦੇ ਵਿੱਚ ਅਪਣਾਉਣਾ, ਜੀਵਨ ਦੇ ਵਿੱਚ ਚੰਗੀ ਸੋਚ ਨੂੰ ਲੈ ਕੇ ਆਉਣਾ। ਜਦੋਂ ਆਪਾਂ ਇੱਕ ਸ਼ਲੋਕ ਪੜ੍ਹਦੇ ਹਾਂ, ਕਹਿੰਦੇ ਨਾਮਾ ਕਹਿ ਲੋਚਨਾ, ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਕਹਿੰਦੇ 24 ਘੰਟੇ ਉਹ ਪਰਮਾਤਮਾ ਦੀ ਭਗਤੀ ਵੀ ਨਹੀਂ ਕੀਤੀ ਜਾ ਸਕਦੀ, 8
ਪੈਰ ਇੱਕ ਥਾਂ ਤੇ ਬੈਠਿਆ ਵੀ ਨਹੀਂ ਜਾ ਸਕਦਾ। ਪਰ ਪਾਤਸ਼ਾਹ ਕਹਿੰਦੇ ਨਾਮਾ ਕਹਿ ਤਿਰਲੋਚਨਾ ਮੁਖ ਤੇ ਰਾਮ ਸੰਭਾਲ। ਉਸ ਰਾਮ ਦੇ ਨਾਮ ਨੂੰ, ਉਸ ਪਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਦੇ ਵਿੱਚ ਸੰਭਾਲ। ਕਹਿੰਦੇ ਕਰਨਾ ਕੀ ਹੈ ਤੂੰ, ਹਾਥ ਪਾਉ ਕਰ ਕਾਮ ਸਭ। ਜੋ ਤੇਰਾ ਕੀਤਾ ਹੈ ਨਾ, ਜੋ ਤੇਰਾ ਕੰਮ ਹੈ ਉਹ ਕੰਮ ਵੀ ਕਰ। ਭਾਵੇਂ ਤੂੰ ਖੇਤੀ ਦਾ ਕੰਮ ਕਰਦਾ ਹੈ, ਭਾਵੇਂ ਤੂੰ ਦੁਕਾਨਦਾਰੀ ਦਾ ਕੰਮ ਕਰਦਾ ਹੈ, ਭਾਵੇਂ ਕਿਸੇ ਜੋਬ ਤੇ ਲੱਗਾ ਹੈ ਤੂੰ, ਭਾਵੇਂ ਕਿਸੇ ਨੌਕਰੀ ਦੇ ਵਿੱਚ ਲੱਗਾ ਹੈ। ਕਹਿੰਦੇ ਕੰਮ ਕਾਰ ਕਰਦਾ ਹੋਇਆ ਵੀ ਹਾਥ ਪਾਉ ਕਰ ਕਾਮ ਸਭ। ਹੱਥਾਂ ਪੈਰਾਂ ਨਾਲ ਕੰਮ ਕਾਰ ਵੀ ਕਰ। ਚੀਤ ਨਿਰੰਜਨ ਨਾਲ, ਚੇਤੇ ਨਾ ਜਿਹੜਾ ਉਹ ਪਰਮਾਤਮਾ ਦੇ ਨਾਲ ਜੋੜ ਕੇ ਰੱਖੇ, ਗੁਰੂ ਦੇ ਨਾਲ ਜੋੜ ਕੇ ਰੱਖੇ। ਐਦਾਂ ਦੀ ਜੀਵਨ ਦੇ ਵਿੱਚ ਵਿਚਾਰ ਨਾ ਲੈ ਕੇ ਆਵੀਂ ਜਿਹਦੇ ਨਾਲ ਕਹਿੰਦੇ ਇੱਕ ਬਗਲਾ ਸਮਾਧੀ ਲਾ ਕੇ ਬੈਠਦਾ ਹੈ ਨਾ, ਉਹ ਲੱਗਦਾ ਤੇ ਐ ਆ ਜਿਵੇਂ ਕਿ ਉਹ ਸੁੱਤਾ ਹੁੰਦਾ ਹੈ। ਬਿਲਕੁਲ ਕਿਸੇ ਨੂੰ ਮਹਿਸੂਸ ਨਹੀਂ ਹੋਣ ਦਿੰਦਾ ਕਿ ਉਹ ਜਾਗਦਾ ਹੈ, ਹਿੱਲਦਾ ਵੀ ਨਹੀਂ। ਕਹਿੰਦੇ ਉਹ ਆਪਣੇ ਸ਼ਿਕਾਰ ਦੇ ਵਿੱਚ ਲੱਗਾ ਹੁੰਦਾ, ਕਦੋਂ ਮੇਰੇ ਸਾਹਮਣੇ ਸ਼ਿਕਾਰ ਆਵੇ ਤੇ ਕਦੋਂ ਮੈਂ ਫੜਾਂ। ਕਹਿੰਦੇ ਐਦਾਂ ਦੀ ਵਿਚਾਰ, ਐਦਾਂ ਦੀ ਸੋਚ ਨਾ ਮਨ ਦੇ ਵਿੱਚ ਲੈ ਕੇ ਆਵੇ। ਐ ਨਾ ਜੀਵਨ ਦੇ ਵਿੱਚ ਭਰਮ ਦੇ ਵਿੱਚ ਲੋਕਾਂ ਨੂੰ ਪਾਈ ਕਿ ਆਪ ਤੂੰ ਅੱਖਾਂ ਮੀਟ ਕੇ ਉਹ ਪਰਮਾਤਮਾ ਦਾ ਨਾਮ ਲੈ ਰਿਹਾ ਹੈ, ਪਰ ਤੇਰਾ ਅੰਦਰੋਂ ਸਰੂਪ ਹੋਰ ਹੈ ਤੇ ਬਾਹਰੋਂ ਸਰੂਪ ਹੋਰ ਹੈ। ਇਹ ਸੋਚ ਨਾ ਹੋਵੇ ਤੇਰੇ ਜੀਵਨ ਦੇ ਵਿੱਚ। ਐਵੇਂ ਦੀ ਸੋਚ ਰੱਖੀ, ਜੀਓ ਨਿਰਮਲ ਬਾਹਰੋਂ ਨਿਰਮਲ। ਜੇ ਅੰਦਰੋਂ ਨਿਰਮਲ ਹੈ, ਸਾਫ਼ ਹੈ ਨਾ, ਬਾਹਰੋਂ ਵੀ ਸਰੂਪ ਉਹ ਜਿਹਾ ਰੱਖੀ। ਬਾਹਰੋਂ ਵਿਖਾਵਾ ਨਾ ਵਿਖਾਈ, ਬਾਹਰ ਲੋਕਾਂ ਨੂੰ ਭਰਮ ਦੇ ਵਿੱਚ ਨਾ ਪਾਈ ਕਿ ਇਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਧਰਮੀ ਅਖਵਾਵੇਂ ਕਿ ਮੇਰੇ ਜਿੱਡਾ ਕੋਈ ਧਰਮੀ ਇਨਸਾਨ ਨਹੀਂ। ਇਸ ਕਰਕੇ ਜੀਵਨ ਦੇ ਵਿੱਚ ਉਹ ਵਹਿਮ, ਉਹ ਭਰਮ ਦੂਰ ਕਰ ਦੇਵੀਂ। ਗੁਰੂ ਨਾਨਕ ਪਾਤਸ਼ਾਹ ਨੇ ਇਸ ਰਾਹ ਤੋਂ ਦੂਰ ਕੀਤਾ ਹੈ, ਇਸ ਰਾਹ ਤੋਂ ਬਚਾਇਆ ਹੈ, ਤੈਨੂੰ ਚੰਗੇ ਪਾਸੇ ਤੋਰਿਆ ਹੈ। ਉਸ ਖਜ਼ਾਨੇ ਨੂੰ ਖੋਲ ਕੇ ਵੇਖ, ਉਸ ਵਿੱਚ 35 ਮਹਾਂਪੁਰਖਾਂ ਨੇ ਸਾਨੂੰ ਦੱਸਿਆ ਕੀ ਹੈ, ਉਪਦੇਸ਼ ਕੀ ਦਿੱਤਾ ਹੈ, ਸੋਚ ਕਿਹੜੀ ਸਾਡੇ ਜੀਵਨ ਦੇ ਵਿੱਚ ਅਪਣਾਉਣ ਵਾਸਤੇ ਕਿਹਾ ਹੈ। ਪਿਓ ਦਾਤੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਪਿਆ ਨਿਦਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ। ਉਹਨਾਂ ਰਤਨਾਂ ਦਾ, ਲਾਲ ਜਵਾਹਰ ਹੀਰਿਆਂ ਦਾ ਕੋਈ ਮੁੱਲ ਨਹੀਂ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਉਹਦਾ ਕੋਈ ਮੁੱਲ ਨਹੀਂ। ਪਾਤਸ਼ਾਹ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੂੰ ਤਾਂ ਗੁਣਾ ਦਾ ਖਜ਼ਾਨਾ ਹੈ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨ। ਪਾਤਸ਼ਾਹ ਤੇਰੀ ਮਹਿਮਾ ਨੂੰ ਮੈਂ ਬਿਆਨ ਨਹੀਂ ਕਰ ਸਕਦਾ, ਮੇਰੇ ਕੋਲ ਇੰਨੀ ਸ਼ਕਤੀ ਨਹੀਂ, ਮੇਰੇ ਕੋਲ ਇੰਨੀ ਪਾਇਆ ਨਹੀਂ ਜਿਹਦੇ ਨਾਲ ਮੈਂ ਤੇਰੇ ਗੁਣਾਂ ਨੂੰ ਬਿਆਨ ਕਰ ਸਕਾਂ, ਮੈਂ ਇਸ ਕੁਦਰਤ ਨੂੰ ਬਿਆਨ ਕਰ ਸਕਾਂ। ਮੇਰੇ ਕੋਲ ਇੰਨੀ ਸ਼ਕਤੀ ਨਹੀਂ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਉਸ ਪਰਮਾਤਮਾ ਦੇ ਭੰਡਾਰ ਭਰੇ ਹੋਏ ਨੇ, ਤੂੰ ਵਿਚਾਰ ਲੈਣ ਜੋਗਾ ਤਾਂ ਹੋ, ਲੈਣ ਵਾਸਤੇ ਤਿਆਰ ਤਾਂ ਹੋ। ਵਿਚਾਰ ਨੂੰ, ਉਪਦੇਸ਼ ਨੂੰ ਲੈਣ ਵਾਸਤੇ ਕਦਮ ਤਾਂ ਪੁੱਟ। ਜੇਕਰ ਇੱਕ ਕਦਮ ਪੁੱਟੇਗਾ ਨਾ, ਪਰਮਾਤਮਾ ਤੈਨੂੰ ਹਜ਼ਾਰਾਂ ਕਰੋੜਾਂ ਅੱਗੇ ਕਦਮ ਲੈਣ ਵਾਸਤੇ ਆਵੇਗਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇੱਕ ਵਾਰ ਆਪਣਾ ਮਨ ਤਾਂ ਬਣਾ, ਇੱਕ ਵਾਰ ਆਪਣੇ ਮਨ ਦੇ ਵਿੱਚ ਗੁਰੂ ਦੀ ਵਿਚਾਰ ਨੂੰ ਬਣਾਉਣ ਵਾਸਤੇ ਉਹ ਸੋਚ ਤਾਂ ਪੈਦਾ ਕਰ। ਖਾਵੇ ਖਰਚੇ ਰਲ ਮਿਲ ਪਾਈ। ਜੇਕਰ ਤੂੰ ਇਸ ਵਿਚਾਰ ਨੂੰ ਆਪਸ ਦੇ ਵਿੱਚ ਵੰਡ ਕੇ ਜੀਵਨ ਨੂੰ ਜਿਉਏਗਾ, ਆਪਸ ਦੇ ਵਿੱਚ ਵੰਡੇਗਾ ਵਿਚਾਰ, ਦੂਜਿਆਂ ਦੇ ਨਾਲ ਵਿਚਾਰ ਦੀ ਸਾਂਝ ਪਾਏਗਾ। ਕਹਿੰਦੇ ਤੇਰੇ ਕੋਲ ਉਹ ਵਿਚਾਰ ਘਟੇਗੀ ਨਹੀਂ, ਤੇਰੇ ਕੋਲ ਗਿਆਨ ਘਟੇਗਾ ਨਹੀਂ, ਸਗੋਂ ਤੇਰੇ ਕੋਲ ਗਿਆਨ ਵਧੇਗਾ।
मन दे विच ये वहम ना पाली कि विचार करन दे नाल दूजे दे नाल सांझ पाउण दे नाल मेरे कोल ज्ञान घट जाएगा। नहीं, सगों तेरे कोल ज्ञान वधेगा। खावे खर्चै रल मिल पाई, टोट ना आवे वध दो जाए। टोट नहीं आएगी, घटेगा नहीं, घट नहीं होएगा, सगों तेरे कोल ज्ञान वधेगा। जन नानक धूर मंगै तिस गुर सिख की, जो आप जपै अवरा नाम जपावे। दास नानक उन्हां संत जनां दी धूर लोचदा है जिहड़े इंसान संगत विच बैठ के गुरु दे उपदेश नूं आप जपदे ने, आप दृढ़ करदे ने अते होरां नूं ओ विचार समझाउंदे ने, होरां नूं भी चंगे राह ते तोरदे ने, होरां नूं भी चंगी विचार समझाउंदे ने कि आप जेकर इंसान ने चंगी सोच नूं अपनाया है, चंगे विचार नूं अपनाया है ते होरां नूं भी ओ विचार समझाउंदे ने। खावे खर्चै रल मिल पाई, टोट न आवे वध दो जाय। कहो नानक मस्तक लेख लिखाए, जिस मनुख ने गुरु दी बख्शिश राई, उस परमात्मा दी रहमत राई चंगे लेख लिखे ने, कहो नानक मस्तक लेख लिखाए। चंगे लेख जेकर इंसान ने लिखे ने ना, जिहदे विच आपां श्री राग दे विच बाणी भी पढ़दे हां, कहंदे जेकर चंगी विचार चंगी सोच जीवन दे विच अपनाउणा चाहुंदा है ना, चंगी विचार नूं अपनाउण वास्ते गुरु दे कोलों विचार, गुरु दे कोलों उपदेश लैके वो चंगे विचार लिख, वो सोच अपने जीवन दे विच लैके आ, वो विचार अपने जीवन दे विच लैके आ, जिहदे नाल तेरे जीवन दे विच बदलाव आवे, तेरा जीवन समाज दे सामने चंगा पेश होवे, चंगा किरदार बने तेरा। कहंदे जेकर गुरु दे कोलों विचार लैके चंगी सोच लैके लेख लिखना चाहुंदा है ना, गोर पुछ लिख विचार, लिख नाम साला लिख, लिख अंत ना पारावार। कहते जे लिखना की है तू, लिख नाम गुरु दी विचार जीवन च अपना, साला लिख, लिख अंत ना पारावार। जिस दे नाल तेरा किरदार, तेरा जीवन, तेरी सोच, तेरी विचार एक ऊपर उठे, इन्हां तिन्हां गुणां तो तेरी सोच ऊपर उठ जावे, जिहड़े इन्हां पदार्थां दे विच, इन्हां वस्तुआं दे विच जिन्हां इंसानां दी सोच है, कहंदे इस तों ऊपर जदों सोच चुकेगा ना, एक चंगी विचार दा मालक बन जावे। कहो नानक मस्तक लेख लिखाए, सोएत खजाने लया रलाए। कहंदे इस खजाने दे विच ओ इंसान वो विचार अपने अपना लेंदा है, जड़ी विचार गुरु अर्जन पातशाह जी सानू शब्द दे अंदर देंदे ने। कहंदे प्यू दादे का खोल डिठा खजाना, ता मेरा मन पया निदाना। कहंदे इस खजाने नू खोल के देख, इस खजाने ने डिठ वेख कि 35 महापुरखा ने सानू उपदेश की दिता है, बाणी दे विच सानू किहड़ी सोच अपनाउण वास्ते सुचेत कीता है, किहड़े भरमां तो किहड़े वहमां तो बचाउण वास्ते सतगुर पातशाह ने सानू समझाया है। जो आपां धन धन श्री गुरु ग्रंथ साहिब जी का पहला प्रकाश 1 सितंबर 1604 दे विच होया सी, जिन्हां दा पहले ग्रंथी बाबा बुढ़ा जी नूं थापिया गुरु अर्जन पातशाह जी ने। इस करके बाणी दे विचों वो उपदेश लईए, वो विचार लईए, जिहदे नाल साडे जीवन दे विच भी बदलाव आवे। सो आओ इन्हां पंक्तियां नूं संगती रूप दे विच गायन करिए। सारी संगत ने सहयोग देना जी। विसर नाहीं दातार, विसर नाहीं दातार, विसर नाहीं दातार, विसर नाहीं दातार।
अपना नाम देहो, अपना नाम देहो। गुण गावा दिन रात, गुण गावा दिन रात। गुण गावा दिन रात, गुण गावा दिन रात। नानक चाओए हो, नानक चाओए हो। नानक चाओए हो, नानक चाओए हो। सतगुर पातशाह किरपा करन, बख्शिश करन, नाम दी दात बख्शण। उस परमात्मा ਦਾ ਨਾਮ ਹਮੇਸ਼ਾ ਦਿਨ ਰਾਤ ਜਪਦੇ ਰਹੀਏ, ਹਮੇਸ਼ਾ ਉਸਦੇ ਗੁਣਾਂ ਦੇ ਨਾਲ ਜੁੜੇ ਰਹੀਏ, ਜਿਹੜੀ ਵਿਚਾਰ ਸਾਡੇ ਜੀਵਨ ਦੇ ਵਿੱਚ ਹਮੇਸ਼ਾ ਅਪਣਾਈ ਰਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਬਖਸ਼ਦਿਆਂ ਹੋਇਆਂ ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।